देखो अपना जो टॉपिक है दैट इज अबाउट द रेंट फ्री अकोमोडेशन। ਹੁਣ ਨਾ ਤੁਸੀਂ ਇੱਕ ਗੱਲ ਧਿਆਨ ਨਾਲ ਸੁਣੀ ਹੈ, ਪੋਸੀਬਲ ਹੈ ਵੀ ਕੋਈ ਵੀ ਪਰਸਨ ਜੌਬ ਤੇ ਲੱਗਿਆ ਹੋਇਆ ਔਰ EMPLOYER ਆਪਣੇ EMPLOYEE ਨੂੰ ਘਰ ਦੇ ਰਿਹਾ ਹੈ, ਘਰ ਦੀ ਫੈਸਿਲਿਟੀ ਪ੍ਰੋਵਾਈਡ ਕਰ ਰਿਹਾ, ਉਹਨੂੰ ਕਹਿ ਰਿਹਾ ਕਿ ਤੈਨੇ ਜਾਂ ਤਾਂ ਆਫਿਸ ਦੇ ਵਿੱਚ ਹੀ ਉਸ ਨੂੰ ਕੁਆਟਰਸ ਪ੍ਰੋਵਾਈਡ ਕਰਤੇ ਜਾਂ ਉਹਨੂੰ ਥੋੜਾ ਬਹੁਤ ਨੇੜੇ ਜਾਂ ਥੋੜਾ ਬਹੁਤ ਨੇੜੇ ਤੇੜੇ ਜਾਂ ਦੂਰ ਹਨ ਉਸ ਨੂੰ EMPLOYER ਦੇ ਦੁਆਰਾ ਘੱਟ ਰੇਟ ਦੇ ਉੱਤੇ ਜਾਂ ਫਿਰ ਉਸ ਨੂੰ ਕੀ ਹੈ ਰਹਿਣ ਦੇ ਲਈ ਘਰ ਜਿਹੜਾ ਹੈਗਾ ਉਹ ਪ੍ਰੋਵਾਈਡ ਕੀਤਾ ਗਿਆ। ਜਦੋਂ ਉਸ ਨੂੰ ਕੋਈ ਵੀ ਘਰ ਜਾਂ ਕੋਈ ਫਲੈਟ ਜਾਂ ਕੋਈ ਬੰਗਲੋ ਜਾਂ ਕੁਝ ਵੀ ਇਸ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਨੇ ਅਗਰ ਉਸ ਨੂੰ ਫ੍ਰੀ ਆਫ ਕੋਸਟ EMPLOYER ਦੇ ਦੁਆਰਾ ਪ੍ਰੋਵਾਈਡ ਕੀਤੀਆਂ ਜਾਂਦੀਆਂ ਤਾਂ ਆਪਾਂ ਉਸ ਨੂੰ ਕੀ ਬੋਲਦੇ ਆ, ਰੈਂਟ ਫ੍ਰੀ ਅਕੋਮੋਡੇਸ਼ਨ। ਗੱਲ ਸਮਝ ਗਏ? ਉਸ ਨੂੰ ਆਪਾਂ ਕੀ ਬੋਲਦੇ ਆ ਜੀ, ਰੈਂਟ ਫ੍ਰੀ ਅਕੋਮੋਡੇਸ਼ਨ। ਹੁਣ ਪੋਸੀਬਲ ਇਹ ਹੈ ਜਾਂ ਤਾਂ ਰੈਂਟ ਫ੍ਰੀ ਹੋਵੇ ਪੂਰੀ ਤਰ੍ਹਾਂ ਫ੍ਰੀ, ਕੰਪਲੀਟਲੀ ਫ੍ਰੀ, ਠੀਕ ਹੈ ਨਾ, ਜ਼ਿਆਦਾ ਪੋਸੀਬਲ ਹੈ ਨਾ ਵੀ ਕੰਪਲੀਟਲੀ ਫ੍ਰੀ ਆਪਾਂ ਨੂੰ ਰੈਂਟ ਫ੍ਰੀ ਅਕੋਮੋਡੇਸ਼ਨ ਮਿਲ ਗਈ, ਜਾਂ ਫਿਰ ਇਹ ਪੋਸੀਬਲ ਹੈ ਵੀ ਕੁਝ ਅਮਾਉਂਟ ਆਪਾਂ ਨੂੰ ਆਪਣੇ ਤੋਂ EMPLOYER ਕੀ ਕਰ ਰਿਹਾ, ਚਾਰਜ ਕਰ ਰਿਹਾ, ਕੋਈ ਅਮਾਉਂਟ ਕੀ ਕਰ ਰਿਹਾ EMPLOYER ਆਪਣੇ ਤੋਂ ਚਾਰਜ ਕਰ ਰਿਹਾ। ਸਪੋਜ਼ ਕਰੋ ਅਗਰ ਮੈਂ ਇੱਥੇ ਕੋਈ ਗੱਲ ਕਰਾਂ ਚੰਡੀਗੜ੍ਹ ਦੀ ਤਾਂ EMPLOYER ਮੰਨ ਲਓ ਤੁਹਾਡੀ ਜਿਹੜੀ ਜੌਬ ਹੈ ਉਹ ਚੰਡੀਗੜ੍ਹ ਦੇ ਵਿੱਚ ਲੱਗ ਗਈ ਔਰ EMPLOYER ਇਜ਼ ਚਾਰਜਿੰਗ ਫਰੋਮ ਯੂ ਪੀਪਲ 1000 ਪਰ ਮੰਥ ਰੈਂਟ ਫॉर योर ਬੰਗਲੋ ਜਾਂ ਕੋਈ ਫਲੈਟ। ਗੱਲ ਸਮਝ ਗਏ? ਤਾਂ ਇੰਨੇ ਕੁ ਸਿਆਣੇ ਆਪਾਂ ਸਾਰੇ ਹੈਗੇ ਆ ਵੀ ਚੰਡੀਗੜ੍ਹ ਦੇ ਵਿੱਚ 1000 ਰੁਪਏ ਦੇ ਵਿੱਚ ਕੋਈ ਵੀ ਪ੍ਰਾਪਰਟੀ ਮਿਲਦੀ ਨਹੀਂ, ਠੀਕ ਹੈ। ਈਵਨ ਕਿ ਚੰਡੀਗੜ੍ਹ ਛੱਡੋ ਤੁਸੀਂ ਮੁਹਾਲੀ 'ਚ ਵੀ ਨਹੀਂ ਮਿਲਦੀ, ਪੰਜਾਬ 'ਚ ਆ ਗਿਆ, ਪੰਚਕੂਲੇ 'ਚ ਵੀ ਨਹੀਂ ਮਿਲਦੀ, ਹਰਿਆਣੇ 'ਚ ਆ ਗਿਆ। ਪੰਚਕੂਲੇ ਦੇ ਵਿੱਚ ਵੀ ਰੇਟ ਘੱਟੋ ਘੱਟ 15000 14000 ਇੱਥੇ ਹੋਣਗੇ, ਠੀਕ ਹੈ ਗੱਲ ਪ੍ਰੋਪਰਟੀਜ਼ ਦੇ। ਇਫ ਯੂ ਵਾਂਟ ਟੂ ਟੇਕ ਅ ਪ੍ਰੋਪਰਟੀ ਔਨ ਰੈਂਟ, ਮੈਂ ਰੈਂਟ ਦੀ ਗੱਲ ਕਰ ਰਿਹਾ, ਬਟ EMPLOYER ਪ੍ਰੋਵਾਈਡਸ ਟੂ ਯੂ ਦਾ ਪ੍ਰੋਪਰਟੀ ਐਟ 1000 ਪਰ ਮੰਥ, ਤਾਂ ਇਹਦਾ ਮਤਲਬ ਤੁਹਾਡੇ ਲਈ ਕੋਈ ਨਾ ਕੋਈ ਬੈਨੀਫਿਟ ਤਾਂ ਹੈ ਹੀ। ਸਮਝੇਗਾ? ਤੁਹਾਡੇ ਲਈ ਦਾ ਮਤਲਬ ਬੈਨੀਫਿਟ ਤਾਂ ਹੈ। ਆਪਾਂ ਜੋ ਟ੍ਰੀਟਮੈਂਟ ਕਰਨੀ ਹੈ ਉਹ ਇਸ ਬੈਨੀਫਿਟ ਦੀ ਹੀ ਗੱਲ ਕਰਨੀ ਹੈ। ਸਮਝ ਗਏ ਗੱਲ? ਆਪਾਂ ਇਸ ਬੈਨੀਫਿਟ ਦੀ ਗੱਲ ਕਰਨੀ ਹੈ ਵੀ ਜਿਹੜਾ ਇਹ ਆਪਣਾ ਬੈਨੀਫਿਟ ਹੈ ਉਸ ਦੀ ਜਿਹੜੀ ਕੈਲਕੂਲੇਸ਼ਨ ਹੈ ਉਹ ਆਪਣੀ ਸੈਲਰੀ ਹੈਡ ਦੇ ਵਿੱਚ ਕਿਵੇਂ ਉਸ ਦੀ ਟੈਕਸੇਬਿਲਿਟੀ ਜਿਹੜੀ ਹੈ ਉਹ ਪੋਸੀਬਲ। ਗੱਲ ਸਮਝ ਗਏ? ਠੀਕ ਹੈ। ਤਾਂ ਸਭ ਤੋਂ ਪਹਿਲਾਂ ਆਪਾਂ ਰੈਂਟ ਫ੍ਰੀ ਅਕੋਮੋਡੇਸ਼ਨ ਦੇ ਕੇਸ 'ਚ ਇਹਦੀ ਡਿਸਕਸ਼ਨ ਕਰਨ ਦੇ ਲਈ ਆਪਾਂ ਇਸ ਨੂੰ ਦੋ ਪਾਰਟਸ ਦੇ ਵਿੱਚ ਡਿਵਾਈਡ ਕਰਦੇ ਹਾਂ। ਇੱਕ ਹੁੰਦੇ ਨੇ ਗਵਰਨਮੈਂਟ EMPLOYEES, ਦੂਸਰੇ ਹੁੰਦੇ ਨੇ ਨੌਨ ਗਵਰਨਮੈਂਟ EMPLOYEES। ਸਮਝ ਗਏ ਗੱਲ? ਅਗਰ ਆਪਾਂ ਗੱਲ ਕਰੀਏ ਕਿ ਰੈਂਟ ਫ੍ਰੀ ਅਕੋਮੋਡੇਸ਼ਨ ਦੀ ਟ੍ਰੀਟਮੈਂਟ ਦੀ, ਤਾਂ ਟ੍ਰੀਟਮੈਂਟ ਦੇ ਵਿੱਚ ਆਪਾਂ ਕੀ ਕਰਾਂਗੇ, EMPLOYEES ਵਿਲ ਬੀ ਕਲਾਸੀਫਾਈਡ ਇਨਟੂ ਟੂ ਕੈਟਾਗਰੀਜ਼, गवर्नमेंट एम्प्लॉइज एंड सेकेंड वन इज द नॉन गवर्नमेंट एम्प्लॉइज। ठीक है। तो मेरे तो किसी बच्चे ने क्वेश्चन पूछा कि नॉन गवर्नमेंट एम्प्लॉइज दे विच कहता जी जेडे सैमी गवर्नमेंट होंदे हैं, सैमी गवर्नमेंट वो काच आ गए, सैमी गवर्नमेंट गवर्नमेंट तो है नहीं, ठीक है, वो कादे विच आपां काउंट करने हैं, नॉन गवर्नमेंट च काउंट करने हैं। गल समझ गए? सैमी गवर्नमेंट और गवर्नमेंट नॉन गवर्नमेंट जेडे ने यानी कि प्राइवेट एम्प्लॉइज दैट विल बी कवर अंडर नॉन गवर्नमेंट कैटेगरी, और जेडे फुली गवर्नमेंट है वो इत्थे कवर करने आपां गवर्नमेंट एम्प्लॉइज दे विच कवर करने। गल समझ गए? उस तो बाद देखो गवर्नमेंट दे केस च वैल्यू ऑफ परक की होएगी, वैल्यू ऑफ परक की होएगी ये देखो, सरकार दे द्वारा जो भी फ्लैट प्रोवाइड किए जाते हैं ओदी एक रेंटल वैल्यू फिक्स की जाती है, रेंटल वैल्यू फिक्स की जाती है बाय द गवर्नमेंट, फिक्स्ड बाय गवर्नमेंट। ठीक है, ओदी वैल्यू कौन फिक्स करता है, गवर्नमेंट करती है। गवर्नमेंट के द्वारा रेंटल वैल्यू फिक्स की गई है कि उस फ्लैट दी, दैट फ्लैट हैज बीन प्रोवाइडेड बाय द गवर्नमेंट टू देयर एम्प्लॉइज। ठीक है, समझ आ गई? तो इस केस दे विच जिन्नी भी सरकार ने रेंटल वैल्यू फिक्स करती या उसका दूसरा नाम है लाइसेंस फीस, की बोलते हैं उसनू, लाइसेंस फीस। जो भी सरकार ने रेंटल वैल्यू फिक्स की है या लाइसेंस फीस फिक्स की है दैट विल बी द वैल्यू ऑफ परक। मान लो सपोज करो एम्प्लॉयर ने यानी कि गवर्नमेंट ने 4000 रुपये पर मंथ वैल्यू फिक्स कर दी। गल समझ गए? तो सोडे की वैल्यू ऑफ परक कितने रुपए होगी, 48,000, 12 चौका 48। गल समझ गए? तो अपने लिए वैल्यू ऑफ परक कितनी होगी, 48,000। गल समझ आ गई है? तो इट मीन्स की है सरकार के द्वारा फिक्स्ड
ਲਾਇਸੈਂਸ ਫੀਸ ਜਾਂ ਰੈਂਟਲ ਵੈਲਿਊ ਜੋ ਗਵਰਨਮੈਂਟ ਫਿਕਸ ਕਰਦੀ ਹੈ that will be the value of park in case of government employees। ਹੋਰ ਇਹਦੀ ਕੋਈ ਵੀ ਟ੍ਰੀਟਮੈਂਟ ਨਹੀਂ ਹੈਗੀ, ਗੱਲ ਸਮਝ ਗਏ। ਔਰ ਜੋ ਆਪਾਂ ਇਹ ਟ੍ਰੀਟਮੈਂਟ ਕਰ ਰਹੇ ਹਾਂ ਨਾ, ਇਹ ਅਨਫਰਨਿਸ਼ਡ ਘਰ ਦੀ ਕਰ ਰਹੇ ਹਾਂ। ਕੋਈ ਬੱਚਾ ਦੱਸ ਸਕਦਾ ਹੈ ਕਿ ਫਰਨਿਸ਼ਡ ਹਾਊਸ ਤੇ ਅਨਫਰਨਿਸ਼ਡ ਹਾਊਸ ਦੇ ਵਿੱਚ ਕੀ ਫਰਕ ਹੁੰਦਾ ਹੈ? ਦੱਸ ਸਕਦਾ ਕੋਈ? ਬੋਲੋ। फर्नीचर वगैरह अपन सारा कुछ देता है वो करेगा। हाँ बिल्कुल, वेरी गुड। उन्होंने क्या कि अगर ਆਪਾਂ ਨੂੰ ਸਿਰਫ ਘਰ ਦੇਤਾ ਜਿਸ 'ਚ ਕੋਈ ਵੀ ਸਮਾਨ ਨਹੀਂ ਹੈਗਾ, ਹੈਨਾ, ਫਿਰ ਤਾਂ ਉਹ ਬਣ ਗਿਆ ਆਪਣੇ ਕੋਲ ਅਨਫਰਨਿਸ਼ਡ। ਪਰ ਅਗਰ ਨਾਲ ਆਪਾਂ ਨੂੰ ਸਮਾਨ ਵੀ ਵਿੱਚ ਦੇਤਾ, ਬੈੱਡ, ਸੋਫਾ ਵਗੈਰਾ ਸਭ ਕੁਝ ਲੱਗਿਆ ਹੋਇਆ ਹੈ, ਤਾਂ ਆਪਾਂ ਉਹਨੂੰ ਕੀ ਕਹਾਂਗੇ? ਫਰਨਿਸ਼ਡ ਹਾਊਸ। ਆਪਾਂ ਜਿਹੜੀ ਇਹ ਟ੍ਰੀਟਮੈਂਟ ਕਰ ਰਹੇ ਹਾਂ ਫਿਲਹਾਲ, ਇਹ ਆਪਾਂ ਕੀ ਕਰ ਰਹੇ ਹਾਂ? ਅਨਫਰਨਿਸ਼ਡ ਘਰ ਦੀ ਗੱਲ ਕਰ ਰਹੇ ਹਾਂ। ਬਾਅਦ ਵਿੱਚ ਆਪਾਂ ਅਨਫਰਨਿਸ਼ਡ ਨੂੰ ਫਰਨਿਸ਼ਡ ਦੇ ਵਿੱਚ ਕਨਵਰਟ ਕਰ ਦਾਂਗੇ, ਠੀਕ ਹੈ। ਅਨਫਰਨਿਸ਼ਡ ਨੂੰ ਕਾਹਦੇ ਵਿੱਚ ਕਨਵਰਟ ਕਰਾਂਗੇ? ਫਰਨਿਸ਼ਡ ਹਾਊਸ ਦੇ ਵਿੱਚ। ਉਹਦੇ ਲਈ ਵੀ ਜਸਟ ਇੱਕ ਪੁਆਇੰਟ ਐਡ ਕਰ ਦੇਣਾ ਔਰ ਉਹਦੇ ਨਾਲ ਆਪਣੀ ਅਨਫਰਨਿਸ਼ਡ ਤੋਂ ਫਰਨਿਸ਼ਡ ਵਿੱਚ ਕਨਵਰਟ ਹੋ ਜਾਣੀ ਹੈ। ਪਹਿਲਾ ਕਿਹੜੇ ਪੁਆਇੰਟ ਕਲੀਅਰ ਹੋ ਗਿਆ। ਨੈਕਸਟ ਦੇਖੋ, ਇਹ ਤਾਂ ਸੀਗਾ ਗਵਰਨਮੈਂਟ EMPLOYEES ਦਾ। ਹੁਣ ਆਪਾਂ ਕਰਨਾ ਹੈ ਨੌਨ ਗਵਰਨਮੈਂਟ EMPLOYEES। ਨੌਨ ਗਵਰਨਮੈਂਟ EMPLOYEES ਨੂੰ ਅਸੀਂ ਦੋ ਪਾਰਟਸ ਦੇ ਵਿੱਚ ਡਿਵਾਈਡ ਕਰ ਦਾਂਗੇ। ਫਸਟ ਪਾਰਟ ਹੈਗਾ ਅਗਰ EMPLOYER ਦੀ ਪ੍ਰੋਪਰਟੀ ਆਪਦੀ ਹੈ, ओन्ड बाय एम्प्लॉयर, ठीक है। अगर एम्प्लॉयर की प्रॉपर्टी की हो आपदी है, या फिर अगर वो प्रॉपर्टी एम्प्लॉयर ने किराए ते लेके थोड़ी दे दी, हायर्ड बाय एम्प्लॉयर। क्या समझ गए? पहला एम्प्लॉयर ने किराए ते नहीं, सोनू फ्री ऑफ कॉस्ट रैंट की दे दी। कि ये भी पॉसिबिलिटी है कि नहीं? बिल्कुल, ये भी पॉसिबिलिटी है। हो सकता है कि ਤੁਹਾਡੀ जॉब ਜਿਹੜੀ ਹੈ एम्प्लॉयर ने अपने नोएडा वाले ऑफिस ਦੇ ਵਿੱਚ शिफ्ट कर ਦਿੱਤੀ ਹੋਵੇ ਪਰ ਉੱਥੇ एम्प्लॉयर ਦਾ ਕੋਈ ਹਾਊਸ ਹੀ ਨਾ ਹੋਵੇ, ਤਾਂ ਪੋਸੀਬਲ ਹੈ ਵੀ EMPLOYER ਤੁਹਾਨੂੰ ਉੱਥੇ ਪਹਿਲਾਂ ਕਿਰਾਏ ਤੇ ਪ੍ਰਾਪਰਟੀ ਲੈ ਲੇ, ਫਿਰ ਉਸ ਤੋਂ ਬਾਅਦ ਤੁਹਾਨੂੰ ਪ੍ਰੋਵਾਈਡ ਕਰ ਦੇ, ਠੀਕ ਹੈ। ਸਮਝ ਆ ਗਈ? ਤਾਂ ਪੁਆਇੰਟ, ਵੈਰੀ ਇੰਪੋਰਟੈਂਟ ਪੁਆਇੰਟ ਟੂ ਬੀ ਨੋਟਡ ਹੇਅਰ ਇਜ਼ ਦੈਟ ਕਿ ਜਦੋਂ ਪ੍ਰਾਪਰਟੀ EMPLOYER ਦੀ ਆਪਦੀ ਹੈ, ਤਾਂ ਅੱਜ ਤੱਕ ਇੱਥੇ ਜਿਹੜਾ ਕਨਸੈਪਟ ਹੁੰਦਾ ਸੀ, ਅੱਜ ਤੱਕ ਨਹੀਂ ਮਤਲਬ ਕਾਫੀ ਸਾਲ ਪਹਿਲਾਂ ਦੀ ਗੱਲ ਹੈ, ਇੱਥੇ ਫੇਅਰ ਮਾਰਕੀਟ ਵੈਲਿਊ ਦਾ ਕਨਸੈਪਟ ਹੁੰਦਾ ਸੀ, FMV ਦਾ। ਗੱਲ ਸਮਝ ਗਏ? ਇੱਥੇ ਇੱਕ ਕਨਸੈਪਟ ਹੁੰਦਾ ਸੀ FMV ਦਾ। ਇਸ FMV ਦੇ ਵਿੱਚ ਇੱਕ ਤਾਂ ਘਰ ਦੀ ਰੈਂਟਲ ਵੈਲਿਊ, ਸਮਝ ਗਏ? ਇੱਕ ਤਾਂ ਘਰ ਦੀ ਰੈਂਟਲ ਵੈਲਿਊ, ਇੱਕ ਇਹਦੇ ਵਿੱਚ ਗਾਰਡਨਰ ਦੀ ਸੈਲਰੀ ਇਨਕਲੂਡ ਹੁੰਦੀ ਸੀ। ਕਾਹਦੀ ਸੈਲਰੀ? ਗਾਰਡਨਰ ਦੀ ਸੈਲਰੀ। ਹੁਣ ਇਹ FMV ਦਾ ਕਨਸੈਪਟ ਖਤਮ ਕਰਤਾ, ਮਤਲਬ ਕਿ ਇਹ ਵਾਲਾ ਕਨਸੈਪਟ ਕੀ ਹੋ ਗਿਆ? ਖਤਮ ਹੋ ਗਿਆ, ਠੀਕ ਹੈ। ਪਰ ਮੈਂ ਤੁਹਾਨੂੰ ਇਹ ਪੁਆਇੰਟ ਹਾਈਲਾਈਟ ਕਿਉਂ ਕੀਤਾ ਹੈ? whenever we will start the topic gardener salary, ਜਦੋਂ ਅਸੀਂ ਗਾਰਡਨਰ ਸੈਲਰੀ ਦੀ ਟੌਪਿਕ ਦੀ ਗੱਲ ਕਰਾਂਗੇ, ਗਾਰਡਨਰ ਦੀ ਸੈਲਰੀ ਦੀ ਟ੍ਰੀਟਮੈਂਟ ਕਰਾਂਗੇ, ਤਾਂ I will remind this topic, this point from rent free accommodation। ਗੱਲ ਸਮਝ ਗਏ? ਆਪਾਂ rent free accommodation ਦਾ ਇਹ ਪੁਆਇੰਟ ਉੱਥੇ ਲੈ ਕੇ ਚੱਲਾਂਗੇ, ਠੀਕ ਹੈ। ਇਸ ਕਰਕੇ ਮੈਂ ਤੁਹਾਨੂੰ ਇਹ ਪੁਆਇੰਟ ਇੱਥੇ ਦੱਸਿਆ, ਅਦਰਵਾਈਜ਼ no relevance of this point at this time, ठीक है। इस करके फेयर मार्केट वैल्यू का कांसेप्ट इत्थे है नहीं, ਤਾਂ ਕੁਐਸਚਨ ਰਾਈਜ਼ ਹੋ ਗਿਆ ਕਿ ਕਿਹੜਾ ਕਾਨਸੈਪਟ ਹੈ ਫਿਰ ਇੱਥੇ ਜਿਹੜਾ ਕਾਨਸੈਪਟ ਹੈ ਜੋ ਹੈਗਾ ਪੋਪੂਲੇਸ਼ਨ ਦਾ, ਜੋ ਪੋਪੂਲੇਸ਼ਨ ਆਪਾਂ 2001 ਦੇ ਹਿਸਾਬ ਨਾਲ ਚੱਲਦੇ, ਪੋਪੂਲੇਸ਼ਨ ਕਿਹੜੇ ਸੈਂਸਸ ਦੀ? 2001 ਦੀ, ਠੀਕ ਹੈ। 2001 ਦੀ ਪੋਪੂਲੇਸ਼ਨ ਦੇ ਹਿਸਾਬ ਨਾਲ ਚੱਲਣਾ ਆਪਾਂ, ਜੋ ਸੈਂਸਸ ਹੈ 2001 ਉਹਦੇ ਹਿਸਾਬ ਨਾਲ ਉਹਨਾਂ ਨੇ ਇਹ ਗੱਲ ਕਹੀ, ਕਹਿੰਦੇ ਜਿਸ ਵੀ ਏਰੀਏ ਦੀ ਪੋਪੂਲੇਸ਼ਨ 10 ਲੱਖ ਤੋਂ ਘੱਟ ਹੈ ਜਾਂ 10 ਲੱਖ ਹੈ। ਗੱਲ ਸਮਝ ਗਏ? जिस भी एरिया की पॉपुलेशन की है 10 लाख तो घट है या 10 लाख है, यानी कि 10 लाख तो घट या 10 लाख है, ਉਹਦੇ ਲਈ 7.5% ऑफ सैलरी की है वैल्यू ऑफ वर्क। ਉਹਦੇ ਲਈ ਕੀ ਹੈ? 7.5% ऑफ सैलरी की है वैल्यू ऑफ वर्क। सैलरी का ਇੱਥੇ ਕੀ मीनिंग है? we will discuss in later on, ठीक है। आप ये डिस्कशन करते हैं लेटर ऑन कि व्हाट इज द मीनिंग ऑफ सैलरी हियर, क्लियर है ये पॉइंट। फिर जेकर सैलरी पॉपुलेशन 10 लाख तो ऊपर है और 25 लाख या 25 लाख तो नीचे है, यानी कि 10 लाख एक तो लेके 25 लाख तक है अगर पॉपुलेशन, तो इत्थे 7.5% की थां ते की है 10% ऑफ सैलरी। गल समझ गए? फिर की है 10% ऑफ सैलरी, पता चल गया? सीधा बस वैल्यू ऑफ वर्क आ गई है। एग्जाम च क्या होगा? एग्जाम च थानू की दिता होगा केड़ा एरिया है, कितनी उहदी पॉपुलेशन है, प्रॉपर्टी किहदी है, गवर्नमेंट एम्प्लॉई है या नॉन गवर्नमेंट एम्प्लॉई है, ये आपां नूं सारा कुछ मैंशन होगा।
ਆਪਾਂ ਯਾਦ ਕੀ ਰੱਖਣਾ ਹੈ, ਜੇ ਤਾਂ ਗਵਰਨਮੈਂਟ EMPLOYE ਹੈ ਤਾਂ ਆਪਾਂ ਨੂੰ ਲਾਇਸੈਂਸ ਫੀਸ ਆਲਰੇਡੀ ਕੁਐਸਚਨ 'ਚ ਗਿਵਨ ਹੋਊਗੀ ਕਿੰਨੀ ਹੈ। ਜੇ ਨਾਨ ਗਵਰਨਮੈਂਟ EMPLOYE ਹੈ ਤਾਂ ਡੈਫੀਨੇਟਲੀ ਆਪਾਂ ਇਹ ਬਸ ਆ ਪਰਸੈਂਟੇਜ ਯਾਦ ਰੱਖਣੀ ਹੈ ਵੀ ਕਿਸ ਕੇਸ 'ਚ ਕਿੰਨੀ ਪਰਸੈਂਟ ਸੀ ਐਜ਼ ਪਰ ਦਾ ਪੋਪੂਲੇਸ਼ਨ। ਪੋਪੂਲੇਸ਼ਨ ਆਪਾਂ ਨੂੰ ਕੁਐਸਚਨ ਦੇ ਵਿੱਚ ਮੈਂਸ਼ਨ ਹੋਣੀ ਹੈ ਵੀ ਕਿੰਨੀ ਪੋਪੂਲੇਸ਼ਨ ਉਸ ਏਰੀਏ ਦੀ। ਠੀਕ ਹੈ, ਕਈ ਬੱਚੇ ਬੋਝ ਮੰਨ ਜਾਂਦੇ ਆ ਕਿ ਪੋਪੂਲੇਸ਼ਨ ਵੀ ਯਾਦ ਰੱਖਣੀ ਪਊਗੀ ਹਰ ਏਰੀਏ ਦੀ। ਨਹੀਂ, ਪੋਪੂਲੇਸ਼ਨ ਵਿਲ ਬੀ ਗਿਵਨ ਇਨ ਕੁਐਸਚਨ। ਔਰ ਤੁਸੀਂ ਇਹ ਵੀ ਨਹੀਂ ਕਹਿ ਸਕਦੇ ਕਿ ਕੁਐਸਚਨ ਦੇ ਵਿੱਚ ਮੰਨ ਲਓ ਉਹਨਾਂ ਨੇ ਕਹਿੰਦਾ ਰਾਮਪੁਰੇ ਦੀ ਪੋਪੂਲੇਸ਼ਨ 50 ਕਰੋੜ ਹੈ, ਠੀਕ ਹੈ, ਪਰ ਹੈ 2 ਕਰੋੜ। ਠੀਕ ਹੈ ਗੱਲ, 2 ਕਰੋੜ ਵੀ ਨਹੀਂ, ਘੱਟ ਹੀ ਹੈ। 2 ਕਰੋੜ ਤਾਂ ਆਪਣੇ ਪੂਰੇ ਪੰਜਾਬ ਦੇ ਸੌਰੀ ਲੱਖਾਂ ਦੇ ਵਿੱਚ ਹੀ ਹੈ, 1.5 ਲੱਖ ਵੈਸੇ ਇਸ ਤਰ੍ਹਾਂ ਹੈਗੀ ਹੈ। ਸਮਝੇ ਗੱਲ? ਤਾਂ ਇਸ ਤਰੀਕੇ ਨਾਲ ਕੀ ਹੈ, ਏਰੀਆ ਦੇ ਡਿਪੈਂਡ ਕਰਦਾ ਹੈ ਏਰੀਆ ਟੂ ਏਰੀਆ। ਉਹ ਆਪਾਂ ਨੂੰ ਜਿੰਨੀ ਕਹਿਣਗੇ ਕੁਐਸਚਨ 'ਚ ਆਪਾਂ ਉਹ ਮੰਨਣਾ ਹੈ। ਸਮਝੇ ਗੱਲ? ਫਿਰ ਅਗਰ ਪੋਪੂਲੇਸ਼ਨ 25 ਲੱਖ ਤੋਂ ਜ਼ਿਆਦਾ ਹੈ, ਠੀਕ ਹੈ ਨਾ, ਅਗਰ ਪੋਪੂਲੇਸ਼ਨ 25 ਲੱਖ ਤੋਂ ਜ਼ਿਆਦਾ ਹੈ ਤਾਂ 10% ਦੀ ਥਾਂ ਤੇ ਕੀ ਆ ਜਾਂਦਾ ਹੈ 15% ਆਫ ਸੈਲਰੀ। ਗੱਲ ਸਮਝ ਗਏ? ਤਾਂ ਕੀ ਆ ਜਾਂਦਾ ਆਪਣੇ ਕੋਲ 15% ਆਫ ਸੈਲਰੀ। ਗੱਲ ਸਮਝ ਆ ਗਈ ਸਾਰਿਆਂ ਨੂੰ? ਠੀਕ ਹੈ ਜੀ। ਤਾਂ ਇਸ ਤਰੀਕੇ ਨਾਲ ਇਹ ਆਪਣੇ ਕੋਲ 3 ਕੰਡੀਸ਼ਨਸ ਹੈ। ਅਗਰ ਪੋਪੂਲੇਸ਼ਨ 10 ਲੱਖ ਜਾਂ 10 ਲੱਖ ਤੋਂ ਘੱਟ ਹੈ ਤਾਂ 7.5% ਆਫ ਸੈਲਰੀ। 10 ਲੱਖ ਤੋਂ ਉੱਪਰ 25 ਲੱਖ ਜਾਂ 25 ਲੱਖ ਤੋਂ ਘੱਟ ਹੈ ਤਾਂ 10% ਆਫ ਸੈਲਰੀ। ਅਗਰ ਪੋਪੂਲੇਸ਼ਨ 25 ਲੱਖ ਤੋਂ ਉੱਪਰ ਹੈ ਤਾਂ ਕੀ ਹੋਊਗਾ 15% ਆਫ ਸੈਲਰੀ ਵਿਲ ਬੀ ਦਾ ਵੈਲਿਊ ਆਫ ਪਰਕ। ਵੈਲਿਊ ਆਫ ਪਰਕ ਰਿਲੇਟਿੰਗ ਟੂ RFA ਅਨਫਰਨਿਸ਼ਡ। ਪਤਾ ਚੱਲ ਰਿਹਾ ਕੀ ਕਹਿ ਰਿਹਾ ਮੈਂ? ਰੈਂਟ ਫ੍ਰੀ ਅਕੋਮੋਡੇਸ਼ਨ ਅਨਫਰਨਿਸ਼ਡ ਦੀ ਟ੍ਰੀਟਮੈਂਟ ਹੈ। ਠੀਕ ਹੈ, ਸਮਝ ਆ ਗਈ? ਹੁਣ ਦੇਖੋ, ਇਫ ਪ੍ਰੋਪਰਟੀ ਇਜ਼ ਹਾਇਰਡ ਬਾਈ EMPLOYER, ਅਗਰ EMPLOYER ਨੇ ਘਰ ਆਪਦਾ ਨਹੀਂ ਉਸਨੇ ਕਿਰਾਏ ਤੇ ਲਿਆ ਔਰ ਤੁਹਾਨੂੰ ਦੇਤਾ ਤਾਂ ਡੈਫੀਨਿਟਲੀ EMPLOYER ਵੀ ਤਾਂ ਕੁਝ ਖਰਚੇ ਪੇ ਕਰ ਰਿਹਾ ਹੋਊਗਾ, ਕਿਰਾਇਆ ਦੇ ਰਿਹਾ ਹੋਊਗਾ। ਜੋ ਉਹ ਕਿਰਾਇਆ ਪੇ ਕਰ ਰਿਹਾ ਹੈ ਉਹ ਆਪਾਂ ਇੱਥੇ ਲਵਾਂਗੇ ਐਕਚੁਅਲ ਰੈਂਟ ਪੇਡ ਬਾਈ EMPLOYER। ਸਮਝ ਗਏ ਗੱਲ? ਐਕਚੁਅਲ ਰੈਂਟ ਪੇਡ ਬਾਈ EMPLOYER। ਠੀਕ ਹੈ, ਔਰ ਦਾ ਮਤਲਬ ਉਹਦਾ ਕੀ ਹੁੰਦਾ ਹੈ? ਦੋਨਾਂ ਚੋਂ ਇੱਕ। ਠੀਕ ਹੈ, ਦੋਨਾਂ ਚੋਂ ਇੱਕ। और 15% ऑफ सैलरी और 15% ऑफ सैलरी। ठीक है, इन्हां दोनों विचों जेडी वैल्यू की है लेस है, इन्हां दोनों चों जेडी वैल्यू की है लेस है, दैट विल बी द वैल्यू ऑफ वर्क। किस केस च? व्हेन द एम्प्लॉयर हायर्ड दैट प्रॉपर्टी फॉर गिविंग टू द एम्प्लॉय। ठीक है, ਜਦੋਂ ਉਸਨੇ प्रॉपर्टी एम्प्लॉयर ने हायर की है ना तो उस केस दे विच की है रेंट पेड बाय एम्प्लॉयर। ठीक है, जो एक्चुअल रेंट पे कर रहे हो फॉर हायरिंग दैट प्रॉपर्टी वो इनटू जिन्ने महीने है और 15% ऑफ सैलरी। सैलरी भी उन्ने मंथ की लैनी है जिन्ने मंथ के लिए उन्होंने रेंट फ्री अकोमोडेशन दी गई है। समझेगा? हो सकता है 12 के 12 महीने नहीं मिली होगी रेंट फ्री अकोमोडेशन, हो सकता है उन्होंने 12 महीने नहीं 8 महीने की रेंट फ्री अकोमोडेशन दी गई होगी। तो यू विल कैलकुलेट द बेनिफिट फॉर ओनली एंड ओनली 8 मंथ्स। ठीक है, 8 महीने की सैलरी का 15%। पॉइंट क्लियर हो गया है? इज इट क्लियर टू ऑल? दिस इज द ट्रीटमेंट ऑफ रेंट फ्री अकोमोडेशन अनफर्निश्ड। समझ आ गई? हुण मैनूं एक गल होर दसनी है। हुण आपां इत्थे कन्वर्जन कर रहे हैं इसकी फर्निश्ड घर दे विच कि किस तरह आपां अनफर्निश्ड जिहड़ा हाउस है उसनूं फर्निश्ड दे विच कन्वर्ट करते हैं। ठीक है, हुण मैंने एक जवाब देना है। पॉसिबल है 3 चीज़ां। की चीज़ पॉसिबल है? फर्स्ट पॉइंट है ये कि पॉसिबल है कि परसन कोल कोई बैड पे है, उन्हें बैड फड़ाता। ठीक है गल? पॉसिबल है कि उहदे कोल बैड नहीं है, उन्हें खरीद के देता आपां नूं, खरीद के आपदे जिहड़ा रेंट वाला हाउस है उहदे विच की है बैड लवाता। और पॉसिबल यह है कि टेंट वाले तो किराए ले लिया। तीनों चीज़ां पॉसिबल है ना? जे उहदे कोल आपदा पे है, चाहे उन्हें खरीद लिया तो भी वो आपदा ही हो गया। ठीक है, यानी कि जेकर वो प्रॉपर्टी या कोई भी जी चीज़ है प्रोवाइड की गई है जो कि वो आपदी है, ओन्ड है, या फिर उन्हें की है किराए ते लैके दी थी, दो ही चीज़ां पॉसिबल है। जे तो वो आपदी है तो ਉਹਦੇ ਉੱਤੇ ਆਪਾਂ 10% ਡੈਪਰੀਸ਼ੀਏਸ਼ਨ ਲਾਵਾਂਗੇ ਆਫ ਐਕਚੁਅਲ ਕੋਸਟ। 10% ਆਫ दैट पर्टिकुलर एसेट, जो एसेट प्रोवाइड की गई है ना ਉਹਦਾ ਉਸ ਦੀ ਵੈਲਿਊ ਆਪਾਂ ਨੂੰ ਕੁਐਸਚਨ 'ਚ ਗਿਵਨ ਹੋ ਕਿੰਨੀ ਹੈ, ਆਪਾਂ ਉਹਦਾ ਸਿੰਪਲ ਕੀ ਕਰ ਦੇਣਾ ਐਡ 10%। ਸਮਝ ਗਏ ਗੱਲ? ਕਿਹਦੇ ਵਿੱਚ? ਜਿਹੜੀ ਵੈਲਿਊ ਤੁਸੀਂ ਇਹਨਾਂ ਨੂੰ ਕੈਲਕੂਲੇਟ ਕਰਕੇ ਆ ਗਈ।
क्योंकि अल्टीमेटली जो उन्होंने कहता कि गवर्नमेंट एम्प्लॉई है तो लाइसेंस फीस गिवन होगी, तो इस तरह की एक वैल्यू आ जाएगी। जो उन्होंने कहता कि जी ये प्रॉपर्टी है इट इज ओन प्रॉपर्टी इज ओन्ड बाय एम्प्लॉयर, अगर प्रॉपर्टी उन्होंने कहता कि एम्प्लॉयर दी है तो आप की करेंगे वो पॉपुलेशन की है जी 15 लाख है, तो आप की करेंगे सैलरी का 10% और सैलरी का 10% करके अपने को एक वैल्यू आ जाएगी। समझेगा जी वैल्यू आ गई ਉਹਦੇ ਵਿੱਚ ਆਪਾਂ ਕੀ ਜੋੜਾਂਗੇ ਜਾਂ ਤਾਂ 10% ਆਫ ਸੈਲਰੀ ਸੌਰੀ 10% ਆਫ ਐਕਚੁਅਲ ਕੋਸਟ ਆਫ दैट ਐਸੈਟ ਵਿਚ ਇਜ਼ ਓਨਡ ਬਾय एम्प्लॉयर ਜਾਂ ਫਿਰ ਪਲੱਸ ਹਾਇਰ मतलब मान लो ने कुछ चीज़ां तो ਤੁਹਾਨੂੰ ਕਿਰਾਏ ਤੇ ਲੈ ਕੇ ਦੇ ਦਿੱਤੀਆਂ, कुछ चीज़ां ਉਹਦੀਆਂ ਆਪਦੀਆਂ, ਜਿਹੜੀਆਂ ਚੀਜ਼ਾਂ ਉਹਦੀਆਂ ਆਪਦੀਆਂ ਉਹਦਾ ਤਾਂ ਅਸੀਂ 10% ਜੋੜਨਾ ਹੈ ਔਰ ਜਿਹੜੀਆਂ ਚੀਜ਼ਾਂ ਉਹਨੇ ਕਿਰਾਏ ਤੇ ਲੈ ਕੇ ਦੇ ਦਿੱਤੀਆਂ ਉਹਦੀਆਂ ਐਕਚੁਅਲ ਕੋਸਟ ਵੈਲਿਊ ਜੋੜਨੀ ਹੈ। ਉਹਦੀ ਕੀ ਚੀਜ਼ ਜੋੜਨੀ ਹੈ? एक्चुअल कोस्ट वैल्यू, सॉरी एक्चुअल कोस्ट वैल्यू नहीं, एक्चुअल रेंटल वैल्यू जो पे कर रहे हैं, समझेगा? ठीक है, एक्चुअल रेंटल वैल्यू ऐड कर ली है। मैं सपोज अगर मैं कहा कि उसने मान लो एक बेड किराए पे देता, बेड की है उसने उसको देता, समझे? बेड की जी वैल्यू एक्चुअल वैल्यू 40,000 है तो आप 10% की करा ऐड कर देंगे, ठीक है? और नाल उसने एक ड्रेसिंग टेबल भी देता, वो ड्रेसिंग टेबल की वैल्यू 20,000 है, ठीक है? पर वो ड्रेसिंग टेबल उसने टेंट वाले तो किराए ते लेके दिता है, टेंट वाला वो तो की चार्ज कर रहा है रेंट, और कितना उन्होंने कहा जी भी तू ये बंदा जिन्ने मर्जी टाइम लिए इत्थे रहे बस तू मैनू 4,000 पे कर दी, ਇਹਦਾ मतलब रेंटल चार्जिस किन्ने है 4,000, पहला वाले का भी किन्ना है 4,000, दोनों ਨੂੰ जोड़ के किन्ना बन गया 8,000, आप 8,000 अनफर्निश्ड वैल्यू ਦੇ ਵਿੱਚ ऐड कर देनी है, ठीक है? तो जब आप ये चीज़ करती तो अनफर्निश्ड फर्निश्ड ਦੇ ਵਿੱਚ ਕੀ ਹੋ ਜਾਂਦੀ ਹੈ ਕਨਵਰਟ ਹੋ ਜਾਂਦੀ ਹੈ। पॉइंट क्लीयर हो गया सारे ਨੂੰ? तो फर्निश्ड रेंट फ्री अकोमोडेशन ਨੂੰ अनफर्निश्ड सॉरी अनफर्निश्ड ਨੂੰ ਤੇ फर्निश्ड ਦੇ ਵਿੱਚ ਕਿਵੇਂ ਕਨਵਰਟ ਕਰਨਾ ਹੈ पता चल गया है कि सारे ਨੂੰ सारी रेंट फ्री अकोमोडेशन की ट्रीटमेंट क्लियर होगी, बिल्कुल ठीक है। नाउ वी आर गोइंग टू डिस्कस अबाउट द मीनिंग ऑफ सैलरी इन रेंट फ्री अकोमोडेशन। गल समझ गए? रेंट फ्री अकोमोडेशन ਦੇ ਵਿੱਚ जो सैलरी का मीनिंग है वो बड़े ध्यान ਨਾਲ सारे ने सुनना है। सैलरी के मीनिंग ਦੇ ਵਿੱਚ ਅਸੀਂ ਲੈ ਕੇ ਆਵਾਂਗੇ बेसिक पे। सब तो पहला की लेके आवांगे बेसिक पे। सब तो पहला तो मैंने कोई बच्चा ही दसो कि रेंट सॉरी हाउस रेंट अलाउंस ਦੇ ਵਿੱਚ ਕੀ मीनिंग ਸੀਗਾ सैलरी ਦਾ? ਉੱਚੀ बोल के दसना। Basic pay, dearness allowance if enter in retirement benefits, pay commission based on turnover, commission based on turnover, three things are there, basic pay, DA या DP if enters, commission based on turnover। now जो सैलरी का मीनिंग है वो काफ़ी हाई फाई है, वो ध्यान ਨਾਲ सुनना है। बेसिक पे DA या DP if enters, इतने तो वही है सारा कुछ। DA या DP if enters, if enters मतलब that part of retirement benefits, ठीक है? यानी कि that part of DA which enters into retirement benefits, यानी कि वो DA ਦਾ ਉਹ part ਜਿਹੜਾ ਸਾਨੂੰ retirement benefits ਦੇ ਵਿੱਚ ਵੀ enter ਕਰਦਾ ਹੈ, यानी कि ਜਦੋਂ ਤੁਹਾਡਾ ਖਰਚਾ ਕੱਟਿਆ ਜਾਂਦਾ ਨਾ, ਜਦੋਂ ਤੁਹਾਡੇ ਪੈਸੇ ਕੱਟੇ ਜਾਂਦੇ ਆ retirement benefits ਦੇ ਵਾਸਤੇ ਹੈ ਨਾ, ਤਾਂ ਉਹਦੇ ਵਿੱਚ DA ਦਾ part ਵੀ enter ਕਰੇ, ਉਹ part ਲੈਣਾ ਹੈ। ਤੁਹਾਨੂੰ ਕਿਵੇਂ ਪਤਾ ਲੱਗੂ ਐਂਟਰ ਕਰਦਾ ਕਿ ਨਹੀਂ ਕਰਦਾ? ਕੁਐਸਚਨ ਚ ਗਿਵਨ ਹੋਊਗਾ, ਜੇ ਨਹੀਂ ਮੈਂਸ਼ਨ ਨਹੀਂ ਲੈਣਾ। ਗੱਲ ਸਮਝ ਗਏ? ਬੋਨਸ ਫੀਸ ਕਮਿਸ਼ਨ ਸਾਰੇ ਆਣਗੇ, ਬੋਨਸ ਫੀਸ ਕਮਿਸ਼ਨ ਆਲ ਬਿਕਮ ਦਾ ਪਾਰਟ। ਜੇ ਕਿਸੇ ਬੱਚੇ ਦੇ ਮਨ ਚ ਕਨਫਿਊਜ਼ਨ ਹੋਵੇ ਵੀ ਕਮਿਸ਼ਨ ਕਿਹੜਾ ਲੈਣਾ, ਕੋਈ ਮਰਜ਼ੀ ਕਮਿਸ਼ਨ ਹੈ, ਚਾਹੇ ਟਰਨਓਵਰ ਦੇ ਬੇਸ ਤੇ ਹੈ ਚਾਹੇ ਨਹੀਂ ਹੈ, ਸਾਰੇ ਕਮਿਸ਼ਨ ਲੈਣੇ ਇੱਥੇ। ਬਸ ਵਰਡ ਕਮਿਸ਼ਨ ਦਿਖਿਆ ਤੁਸੀਂ ਐਡ ਕਰਤਾ, ਇਹ ਚੀਜ਼ ਕਰਨੀ ਹੈ। पॉइंट क्लीयर हो गया? नैक्सट जो अपने को है इतने वो ये है कि रेंट फ्री अकोमोडेशन का जो नैक्सट पार्ट है, देखो ये की एक परक है। परक तो पहला आप एक टॉपिक पढ़े अलाउंस, अलाउंसिस दे विच आपां कुछ एग्जम्प्ट सीगे वो छड्ड देने हैं। जेड़े टैक्सेबल पोर्शन है ना सारे अलाउंसिस का, कल्ला ओह टैक्सेबल पोर्शन ऑफ ऑल अलाउंसिस इज ऑल्सो बिकम द पार्ट ऑफ मीनिंग ऑफ सैलरी इन रेंट फ्री अकोमोडेशन, ठीक है? टैक्सेबल पार्ट ऑफ ऑल अलाउंसिस, समझ गया? जिन्ने भी अलाउंसिस है, जिनमें चाहे तुसी चिल्ड्रन एजुकेशन अलाउंस की गल कर लो, ट्रांसपोर्ट अलाउंस, ट्रैवलिंग अलाउंस, कन्वेंस अलाउंस, फिक्स्ड मेडिकल अलाउंस, ओवरटाइम अलाउंस, डेपुटेशन अलाउंस, फैमिली अलाउंस, टिफन अलाउंस, सर्वेंट अलाउंस,
ਜਿੰਨੇ ਵੀ ਤਰ੍ਹਾਂ ਦੇ ਆਪਾਂ ਅਲਾਉਂਸਸ ਪੜ੍ਹੇ ਨੇ ਉਹਦਾ ਜੋ ਟੈਕਸੇਬਲ ਪੋਰਸ਼ਨ ਹੈ that will become the part of meaning of salary at the time of calculation of rent free accommodation. ਕਲੀਅਰ ਹੈ ਪੁਆਇੰਟ ਇਹ ਸਮਝ ਆ ਗਈ। ਚਲੋ ਨੈਕਸਟ ਉਸ ਤੋਂ ਬਾਅਦ ਸੈਲਰੀ ਦੇ ਵਿੱਚ ਹੋਰ ਕੀ ਲੈਣਾ ਹੈ, ਲੀਵ ਇਨਕੈਸ਼ਮੈਂਟ। ਲੀਵ ਇਨਕੈਸ਼ਮੈਂਟ ਅਗਰ ਕਿਸੇ ਬੱਚੇ ਨੂੰ ਲੀਵ ਇਨਕੈਸ਼ਮੈਂਟ ਦਾ ਮੀਨਿੰਗ ਪਤਾ ਹੈ ਤਾਂ ਜਰਾ ਹਾਈਲਾਈਟ ਕਰ ਸਕਦੇ ਹੋ, ਹੈ ਪਤਾ ਕਿਸੇ ਨੂੰ? ਹਾਂਜੀ ਵੀਰੇ ਜਿਹੜੀ ਆਪਾਂ ਛੁੱਟੀਆਂ ਆਪਾਂ ਨੂੰ ਅਲਾਉ ਹੁੰਦੀ ਹੈ ਕਿ ਮਹੀਨੇ 'ਚ ਆਪਾਂ ਇੰਨੀਆਂ ਲੈਣੀਆਂ ਜਾਂ ਆਪਾਂ ਨਾਲ ਹੀ ਆਪਾਂ ਨੂੰ ਉਹਦੇ ਜੋ ਆਪਾਂ ਉਹਦੀ ਸਰਵਿਸ ਉਸ ਦਿਨ ਰੈਂਡਰ ਕਰਦੇ ਤਾਂ ਜਿਹੜਾ ਬੈਨੀਫਿਟ ਮਿਲਦਾ ਲੀਵ ਇਨਕੈਸ਼ਮੈਂਟ ਹੈ। ਬਿਲਕੁਲ ਠੀਕ ਹੈ। ਜਿਹੜੀਆਂ ਆਪਾਂ ਨੂੰ ਸਰਕਾਰ ਦੇ ਦੁਆਰਾ, ਚਾਹੇ ਆਪਾਂ ਗਵਰਨਮੈਂਟ EMPLOYE ਹੈ ਚਾਹੇ ਆਪਾਂ ਨਾਨ ਗਵਰਨਮੈਂਟ EMPLOYE ਹੈ, ਤਾਂ ਆਪਾਂ ਨੂੰ ਸਾਲ ਦੇ ਵਿੱਚ ਕੁਝ ਛੁੱਟੀਆਂ ਅਲਾਉਡ ਹੁੰਦੀਆਂ। ਕਿਸੇ ਜੌਬ 'ਚ 18, ਕਿਸੇ ਜੌਬ 'ਚ 20, ਕਿਸੇ ਜੌਬ 'ਚ 15, ਇਸ ਤਰ੍ਹਾਂ ਆਪਾਂ ਨੂੰ ਇੱਕ ਸਾਲ ਦੇ ਵਿੱਚ 15, 20, 18 ਇਸ ਤਰ੍ਹਾਂ ਛੁੱਟੀਆਂ ਅਲਾਉਡ ਹੁੰਦੀਆਂ। ठीक है, 3 तरह ਦੀਆਂ ਲੀਵਸ ਹੁੰਦੀਆਂ, ਕੈਜੂਅਲ ਲੀਵ, अर्नड ਲੀਵਸ ਔਰ ਮੈਡੀਕਲ ਲੀਵਸ। ਠੀਕ ਹੈ, ਕੈਜੂਅਲ ਲੀਵਸ, अर्नड ਲੀਵਸ ਐਂਡ ਮੈਡੀਕਲ ਲੀਵਸ ਅਲੱਗ-ਅਲੱਗ ਤਰ੍ਹਾਂ ਦੀਆਂ ਛੁੱਟੀਆਂ ਹੁੰਦੀਆਂ ਜਿਹੜੀਆਂ ਆਪਣੇ ਕੋਲ अर्नड ਲੀਵਸ ਹੈ। अर्नड ਲੀਵਸ ਮਤਲਬ ਜੇਕਰ ਤੁਸੀਂ ਛੁੱਟੀਆਂ ਉਨੀਆਂ ਲੈ ਲੀਆਂ ਤਾਂ ਤੁਹਾਡੀ ਸੈਲਰੀ ਜਿਹੜੀ ਹੈਗੀ ਕੱਟੀ ਨਹੀਂ ਜਾਊਗੀ, ਤੁਹਾਨੂੰ ਸੈਲਰੀ ਮਿਲੂਗੀ। ਠੀਕ ਹੈ, ਜੇ ਤੁਸੀਂ ਕੋਈ ਛੁੱਟੀ ਨਹੀਂ ਲਈ ਤਾਂ ਤੁਹਾਨੂੰ ਉਹਦੇ ਐਕਸਟਰਾ ਪੈਸੇ ਮਿਲਣਗੇ। ਗੱਲ ਸਮਝ ਗਏ? ਤੁਹਾਨੂੰ ਉਹਦੇ ਕੀ ਮਿਲਣਗੇ? एक्स्ट्रा पैसे मिलेंगे। ठीक है, ਜਦੋਂ ਆਪਾਂ ਲੀਵ ਇਨਕੈਸ਼ਮੈਂਟ ਦੀ ਟ੍ਰੀਟਮੈਂਟ ਕਰਾਂਗੇ ਤਾਂ ਉਦੋਂ ਤੁਹਾਨੂੰ ਮੈਂ ਦੱਸਣਾ ਹੈ ਕਿ ਜਿਹੜੀ ਮੰਨ ਲਓ ਸਾਲ ਦੇ ਵਿੱਚ ਤੁਹਾਨੂੰ 18 ਛੁੱਟੀਆਂ ਅਲਾਉਡ ਸੀ, ਤੁਸੀਂ 12 ਛੁੱਟੀਆਂ ਲੈ ਚੁੱਕੇ, 6 ਛੁੱਟੀਆਂ ਲਈਆਂ ਨਹੀਂ, ਤੁਸੀਂ EMPLOYER ਨੂੰ ਕਹਤਾ ਵੀ ਮੈਨੂੰ ਤਾਂ 6 ਛੁੱਟੀਆਂ ਦੇ ਪੈਸੇ ਦੇ ਦੇ। ਕਰੰਟ ਈਅਰ ਦੀਆਂ ਛੁੱਟੀਆਂ ਛੁੱਟੀਆਂ ਦੇ ਪੈਸੇ ਮਿਲ ਗਏ। ਸਮਝ ਗਏ ਗੱਲ? ਛੁੱਟੀਆਂ ਦੇ ਆਪਾਂ ਨੂੰ ਕੀ ਮਿਲ ਗਏ? ਪੈਸੇ ਮਿਲ ਗਏ। ਕਿੰਨੀਆਂ ਛੁੱਟੀਆਂ ਦੇ? 6 ਛੁੱਟੀਆਂ ਦੇ। ਜਿਹੜੀ ਇਹ ਵਾਲੀ ਅਮਾਉਂਟ ਹੈ ਨਾ 6 ਛੁੱਟੀਆਂ ਦੇ ਪੈਸੇ, ਲੀਵ ਇਨਕੈਸ਼ਮੈਂਟ ਰਿਲੇਟਿੰਗ ਟੂ ਕਰੰਟ ਈਅਰ ਦੀ ਲੀਵ ਇਨਕੈਸ਼ਮੈਂਟ ਦੀ ਜਿਹੜੀ ਅਮਾਉਂਟ ਮਿਲੂਗੀ that will also become the part of meaning of salary in case of rent free accommodation। ਪਤਾ ਚੱਲ ਗਿਆ? ਸੈਲਰੀ ਲੀਵ ਇਨਕੈਸ਼ਮੈਂਟ ਦੇ ਕੇਸ 'ਚ ਜਿਹੜੀਆਂ ਇਹ 6 ਛੁੱਟੀਆਂ ਬਚ ਗਈਆਂ ਇਹਦੀ ਅਮਾਉਂਟ ਵੀ ਟੈਕਸੇਬਲ ਹੋਊਗੀ, ਇਹਦੀ ਅਮਾਉਂਟ ਵੀ ਆਪਾਂ ਸੈਲਰੀ ਦੇ ਮੀਨਿੰਗ ਦੇ ਵਿੱਚ ਐਡ ਕਰਨੀ ਹੈ। ਪਤਾ ਚੱਲ ਗਈ ਗੱਲ? ਇਸ ਤੋਂ ਇਲਾਵਾ ਐਨੀ ਅਦਰ ਮੋਨੀਟਰੀ ਬੈਨੀਫਿਟ ਦਾ ਮਤਲਬ ਵਟ ਐਵਰ ਨੇਮ ਕਾਲਡ, ਕੈਸ਼ ਦੀ ਫਾਰਮ 'ਚ ਅਗਰ ਤੁਹਾਨੂੰ ਕੋਈ ਵੀ ਬੈਨੀਫਿਟ ਦਿੱਤਾ ਗਿਆ ਇਸ ਤੋਂ ਇਲਾਵਾ, ਠੀਕ ਹੈ, ਮੰਨ ਲਓ ਤੁਹਾਨੂੰ ਹੀ ਚੱਕ ਕੇ 10 ਰੁਪਏ ਫੜਾਤੇ ਜਾਂ 5000 ਰੁਪਏ ਫੜਾਤਾ, ਹੈ ਤਾਂ ਮੋਨੀਟਰੀ ਬੈਨੀਫਿਟ, ਪਰ ਨਾਮ ਨਹੀਂ ਦੱਸਿਆ ਕਾਹਦੇ ਫੜਾਏ ਹੈ। that also 5000 become also the part of meaning of salary। ਗੱਲ ਸਮਝ ਗਏ? ਉਹ ਵੀ ਕੀ ਬਣੂਗਾ? ਇਸ ਦਾ ਪਾਰਟ ਬਣੂਗਾ। ਕਲੀਅਰ ਹੈ? ਸਮਝ ਆ ਗਈ ਗੱਲ? ਔਰ ਸਪੈਸੀਫਿਕਲੀ ਕਿਹੜੀਆਂ ਚੀਜ਼ਾਂ ਨਹੀਂ ਲੈਣੀਆਂ ਅਗਰ ਇਨਕਮ ਟੈਕਸ EMPLOYER ਨੇ ਪੇ ਕੀਤਾ ਹੈ? ਪੋਸੀਬਲ ਹੈ ਨਾ ਵੀ ਤੁਹਾਡਾ ਇਨਕਮ ਟੈਕਸ EMPLOYER ਪੇ ਕਰ ਦੇ, ਉਹ ਨਹੀਂ ਲੈਣਾ। ਅਗਰ ਤੁਹਾਡਾ ਪ੍ਰੋਵੀਡੈਂਟ ਫੰਡ ਵੀ EMPLOYER ਨੇ ਪੇ ਕਰਤਾ, ਪ੍ਰੋਵੀਡੈਂਟ ਫੰਡ ਸਮਝ ਗਏ? ਆਪਣੀ ਸੈਲਰੀ ਦੇ ਵਿੱਚੋਂ ਨਾ ਕੁਝ ਪੋਰਸ਼ਨ ਕੱਟਿਆ ਜਾਂਦਾ ਹੈ, ਕਾਹਦਾ? PF ਦੇ ਲਈ। ਔਰ ਆਪਾਂ ਨੂੰ ਵੀ ਪਤਾ ਹੈ ਵੀ ਹਰ ਚਾਹੇ ਪ੍ਰਾਈਵੇਟ EMPLOYE ਹੈ ਚਾਹੇ ਗਵਰਨਮੈਂਟ EMPLOYE ਹੈ, ਹਰ ਇੱਕ ਬੰਦੇ ਦਾ ਇੱਕ EPF ਅਕਾਊਂਟ ਜਿਹੜਾ ਹੈਗਾ ਉਹ ਓਪਨ ਹੁੰਦਾ ਹੈ, ਜਿਹਦੀ ਫੁੱਲ ਫਾਰਮ ਹੁੰਦੀ ਹੈ EMPLOYEES ਪ੍ਰੋਵੀਡੈਂਟ ਫੰਡ। ਗੱਲ ਸਮਝ ਗਏ? ਗਵਰਨਮੈਂਟ EMPLOYEES ਦਾ SPF ਖੁੱਲਦਾ ਹੈ, ਪ੍ਰਾਈਵੇਟ EMPLOYEES ਦਾ RPF ਖੁੱਲਦਾ ਹੈ, ਸਟੈਚੂਟਰੀ ਪ੍ਰੋਵੀਡੈਂਟ ਫੰਡ ਔਰ ਰੈਕੋਗਨਾਈਜ਼ਡ ਪ੍ਰੋਵੀਡੈਂਟ ਫੰਡ। ठीक है, ਇਹਦੀ ਵੀ ਡਿਸਕਸ਼ਨ ਬਹੁਤ ਜਲਦੀ ਆਪਾਂ ਨੂੰ ਦੇਖਣ ਨੂੰ ਮਿਲੂਗੀ ਕਿ ਪ੍ਰੋਵੀਡੈਂਟ ਫੰਡ ਦੀ ਕੀ ਟ੍ਰੀਟਮੈਂਟ ਹੁੰਦੀ ਹੈ। ਪਤਾ ਚੱਲ ਗਿਆ? ਤਾਂ ਇਹ ਸਪੈਸੀਫਿਕਲੀ ਆਪਾਂ ਕਵਰ ਵਿੱਚ ਨਹੀਂ ਕਰਨੇ, ਇਹਨਾਂ ਨੂੰ ਆਪਾਂ ਵਿੱਚ ਨਹੀਂ ਲੈਣਾ। ਸਮਝ ਗਏ? ਠੀਕ ਹੈ ਜੀ, ਦਿਸ ਇਜ਼ ਦਾ ਮੀਨਿੰਗ ਆਫ ਸੈਲਰੀ ਇਨ ਕੇਸ ਆਫ ਰੈਂਟ ਫ੍ਰੀ ਅਕਮੋਡੇਸ਼ਨ। ਕਲੀਅਰ ਹੈ ਸਾਰਿਆਂ ਨੂੰ ਇਹ? ਉਸ ਤੋਂ ਬਾਅਦ ਆਪਣੇ ਕੋਲ ਇਹਦੇ ਵਿੱਚ ਆ ਜਾਂਦਾ ਹੈ ਕਿ ਜਿਹੜਾ ਰੈਂਟ ਫ੍ਰੀ ਅਕਮੋਡੇਸ਼ਨ ਹੈ, ਠੀਕ ਹੈ, ਉਸ ਤੋਂ ਬਾਅਦ ਕੀ ਹੈ ਜਿਹੜਾ ਆਪਣਾ ਰੈਂਟ ਫ੍ਰੀ ਅਕਮੋਡੇਸ਼ਨ ਹੈ ਉਹਦੇ ਵਿੱਚ 3 ਇੰਪੋਰਟੈਂਟ ਪੁਆਇੰਟ ਯਾਦ ਰੱਖਣੇ ਹੈ। ਅਗਰ ਕਿਸੇ ਰਿਮੋਟ ਏਰੀਆ ਦੇ ਵਿੱਚ ਤੁਹਾਡੀ ਜੌਬ ਹੈ, ਠੀਕ ਹੈ, ਅਗਰ ਕਿਸੇ ਆਫਸ਼ੋਰ ਏਰੀਆ ਦੇ ਵਿੱਚ ਤੁਹਾਡੀ ਜੌਬ ਹੈ, ਜਾਂ ਤੁਸੀਂ ਕਿਸੇ ਹਾਈ ਕੋਰਟ ਦੇ ਜਾਂ ਸੁਪਰੀਮ ਕੋਰਟ ਦੇ ਜੱਜ ਹੋ ਜਾਂ ਮੈਂਬਰ ਆਫ ਪਾਰਲੀਮੈਂਟ ਹੋ, ਠੀਕ ਹੈ, ਜਾਂ ਫਿਰ ਕੋਈ ਵੀ ਆਫੀਸ਼ੀਅਲ ਆਫ ਪਾਰਲੀਮੈਂਟ ਜਿਵੇਂ ਕਿ ਸਪੀਕਰ ਵਗੈਰਾ, ਪਾਰਲੀਮੈਂਟ ਦੇ ਵਿੱਚ ਵੀ ਆਫੀਸ਼ੀਅਲਸ ਹੁੰਦੇ ਆ ਨਾ, ਮੈਂਬਰ ਆਫ ਪਾਰਲੀਮੈਂਟ ਹੋ ਜਾਂ ਯੂਨੀਅਨ ਮਿਨਿਸਟਰ ਹੋ, ਸੈਂਟਰ ਦੇ ਮਿਨਿਸਟਰ ਹੋ ਕੋਈ, ਤਾਂ ਤੁਹਾਡੇ ਲਈ ਰੈਂਟ ਫ੍ਰੀ ਅਕਮੋਡੇਸ਼ਨ ਜਿਹੜੀ ਹੈ ਟੋਟਲੀ ਐਗਜ਼ਾਮਟ ਹੈ। ਗੱਲ ਸਮਝ ਗਏ?
ਤੁਹਾਡੇ ਲਈ ਕੀ ਹੈ ਰੈਂਟ ਫ੍ਰੀ ਅਕੋਮੋਡੇਸ਼ਨ ਕੀ ਹੈ ਟੋਟਲੀ ਐਗਜ਼ੈਂਪਟ ਹੈ। ਹੁਣ ਦੇਖੋ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਜੀ ਆਪਣੇ ਜਿਹੜੇ ਨੇ ਉਹਨਾਂ ਨੂੰ ਕੀ ਆਪਣਾ ਪ੍ਰੈਜ਼ੀਡੈਂਟ ਸੌਰੀ ਜਿਹੜੇ ਆਪਣੇ ਪ੍ਰੈਜ਼ੀਡੈਂਟ ਨੇ ਰਾਮਨਾਥ ਕੋਵਿੰਦ ਜੀ ਉਹਨਾਂ ਨੂੰ ਪ੍ਰੈਜ਼ੀਡੈਂਟ ਹਾਊਸ ਮਿਲਦਾ ਹੈ ਨਾ। ਪ੍ਰੈਜ਼ੀਡੈਂਟ ਹਾਊਸ ਮਿਲਦਾ ਕਿ ਨਹੀਂ ਮਿਲਦਾ? ਜਿਵੇਂ ਅਮਰੀਕਾ ਦੇ ਰਾਸ਼ਟਰਪਤੀ ਜਿਹੜੇ ਨੇਗੇ ਆਪਣੇ ਜੋ ਬਿਡਨ ਉਹਨਾਂ ਨੂੰ ਵਾਈਟ ਹਾਊਸ ਮਿਲਦਾ ਹੈ, ਵਾਈਟ ਹਾਊਸ 'ਚ ਰਹਿੰਦੇ ਨਾ ਉਹ, ਤਾਂ ਉਹਦਾ ਜਿਹੜਾ ਕਿਰਾਇਆ ਹੈ ਕਿ ਉਹ ਰਾਸ਼ਟਰਪਤੀ ਦੇ ਲਈ ਟੈਕਸੇਬਲ ਹੈ? ਨਹੀਂ, ਫ੍ਰੀ ਆਫ ਕੋਸਟ। ਸਮਝ ਗਏ? ਈਵਨ ਕਿ ਤੁਸੀਂ ਟੋਲ ਟੈਕਸ ਦੇ ਬਾਹਰ ਉੱਥੇ ਹਰੇ ਜਿਹੇ ਬੋਰਡ ਤੇ ਲਿਖਿਆ ਹੋਇਆ ਦੇਖਿਆ ਹੋਊਗਾ ਕਿ ਟੋਲ ਟੈਕਸ ਇਜ਼ ਐਗਜ਼ੈਂਪਟਡ ਫॉर द ਫੋਲੋਇੰਗ ਪਰਸਨਸ, ਲਿਖਿਆ ਹੋਇਆ ਨਾ, ਸਮਝੇਗਾ? ਟੋਲ ਟੈਕਸ ਇਜ਼ ਐਗਜ਼ੈਂਪਟਡ ਫॉर ਫੋਲੋਇੰਗ ਪਰਸਨ, ਨੀਚੇ ਲਿਖਿਆ ਹੋਇਆ ਸਪੀਕਰ, ਠੀਕ ਹੈ, ਹਾਈ ਕੋਰਟ ਦਾ ਜੱਜ, ਸੁਪਰੀਮ ਕੋਰਟ ਦਾ ਜੱਜ, ਐਡਵੋਕੇਟ ਆਫ ਹਾਈ ਕੋਰਟ, ਸੁਪਰੀਮ ਕੋਰਟ, ਆਈ ਕਾਰਡ ਦਿਖਾਉਣਾ ਪੈਂਦਾ ਹੈ। ਤਾਂ ਕਹਿਣ ਦਾ ਮਤਲਬ ਇਹਨਾਂ ਲਈ ਸਾਰਿਆਂ ਲਈ ਕੀ ਹੈ ਇਹ ਐਗਜ਼ੈਂਪਟ ਹੈ, ਮੰਤਰੀਆਂ ਲਈ ਐਗਜ਼ੈਂਪਟ ਹੈ। ਸਮਝ ਗਏ ਗੱਲ? ਇਸ ਤਰੀਕੇ ਨਾਲ ਇਹ ਜਿਹੜੀਆਂ ਚੀਜ਼ਾਂ ਨੇ ਸਪੈਸੀਫਿਕਲੀ ਹਾਈਲਾਈਟ ਕੀਤੀਆਂ ਔਰ ਡੈਫੀਨੇਟਲੀ ਆਪਾਂ ਨੂੰ ਪਤਾ ਹੈ ਕਿ ਪੇਪਰ ਦੇ ਵਿੱਚ ਕੋਈ ਪੁਆਇੰਟ ਆ ਸਕਦਾ ਪਰ ਕੁਐਸਚਨ ਮੰਤਰੀ ਨਾਲ ਰਿਲੇਟਡ ਨਹੀਂ ਆਪਾਂ ਨੂੰ ਹੁੰਦਾ, ਕਿਉਂਕਿ ਮੰਤਰੀਆਂ ਲਈ ਆਲਮੋਸਟ ਥੋੜੀਆਂ ਬਹੁਤ ਚੀਜ਼ਾਂ ਐਜੀਆਂ ਹੋਣਗੀਆਂ ਜਿਹੜੀਆਂ ਟੈਕਸੇਬਲ ਹੋਣਗੀਆਂ, ਅਦਰਵਾਈਜ਼ ਤਾਂ ਸਾਰੀਆਂ ਮੋਸਟਲੀ ਐਗਜ਼ੈਂਪਟ ਹੀ ਹੈ। ਠੀਕ ਹੈ, ਤਾਂ ਫਿਰ ਉਹਦਾ ਤਾਂ ਕੋਈ ਕੁਐਸਚਨ ਹੀ ਨਹੀਂ ਬਣਿਆ, ਇਸ ਕਰਕੇ ਆਪਾਂ ਨੂੰ ਐਗਜ਼ਾਮ ਦੇ ਵਿੱਚ ਨਹੀਂ ਪੁੱਛਿਆ ਜਾਂਦਾ। ਠੀਕ ਹੈ, ਔਰ ਜਿਹੜੀ ਆਪਣੀ ਲੇਟਰ ਔਨ ਡਿਸਕਸ਼ਨ ਹੈ, ਬਾਕੀ ਸਾਰੀ ਡਿਸਕਸ਼ਨ ਹੈ ਰੈਂਟ ਫ੍ਰੀ ਅਕੋਮੋਡੇਸ਼ਨ ਦੀ ਪੈਂਡਿੰਗ, ਉਹ ਆਪਾਂ ਨੈਕਸਟ ਕਲਾਸ 'ਚ ਕਰਾਂਗੇ ਕਿਉਂਕਿ ਇੱਕ ਦੋ ਟੌਪਿਕ ਵਿੱਚ ਪੈਂਡਿੰਗ ਹੈਗੇ। ਠੀਕ ਹੈ, ਔਰ ਉਸ ਤੋਂ ਨੈਕਸਟ ਕਲਾਸ 'ਚ ਆਪਾਂ ਇਹਦੇ ਨੂਮੈਰੀਕਲ ਜਿਹੜੇ ਨੇ ਸਟਾਰਟ ਕਰਾਂਗੇ। ਕਲੀਅਰ ਹੈ? ਸਮਝ ਆ ਗਈ ਗੱਲ? ਥੈਂਕ ਯੂ।